ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 17ਵੀਂ ਤੇ ਪਦ ਦੂਜਾ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਇਸ ਧਰਤੀ ਉੱਤੇ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਪ੍ਰੀਤਮ ਪਿਆਰੇ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਉਹਨਾਂ ਸੁਣਦਾ ਹੈ ਅਤੇ ਉਹਨਾਂ ਵਿਚਾਰਦਾ ਹੈ। ਦਰਅਸਲ ਪ੍ਰਾਣੀ ਦੇ ਵਿੱਚ ਕੋਈ ਐਸੀ ਅਕਲ ਨਹੀਂ ਹੈ ਜਿਹੜੀ ਪ੍ਰੀਤਮ ਪਿਆਰੇ ਦੀਆਂ ਰਮਜ਼ਾਂ ਨੂੰ ਪੂਰੀ ਤਰ੍ਹਾਂ ਸਮਝ ਸਕੇ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਸੁਖਮਣੀ ਸਾਹਿਬ ਦੇ ਵਿੱਚ ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦੀ ਵਿਧੀ ਸਮਝਾਉਂਦੇ ਹਨ। ਸਭ ਤੋਂ ਵੱਡੀ ਰੁਕਾਵਟ ਇਨਸਾਨ ਦੇ ਵਿੱਚ ਭਗਵਾਨ ਦੇ ਨੇੜੇ ਜਾਣ ਤੋਂ ਜਿਹੜੀ ਉਹਨੂੰ ਰੋਕਦੀ ਹੈ ਉਹ ਉਹਦੀ ਆਪਣੀ ਮੈਂ ਹੈ, ਉਹਦੀ ਆਪਣੀ ਹਉਮੈ ਹੈ, ਜਿਹੜੀ ਕਿ ਉਹਨੇ ਮਾਇਆ ਨਗਰੀ ਦੇ ਵਿੱਚੋਂ, ਮਾਇਆ ਦੇ ਸੰਸਾਰ ਦੇ ਵਿੱਚੋਂ ਪ੍ਰਾਪਤ ਕੀਤੀ ਹੈ। ਮਾਇਆ ਦੀ ਨੌਕਰੀ ਪ੍ਰਾਣੀਆਂ ਨੂੰ ਪ੍ਰਭੂ ਦੇ ਨਾਲੋਂ ਤੋੜ ਕੇ ਆਪਣੇ ਨਾਲ ਜੋੜਦੀ ਹੈ, ਜਾਂ ਇਸ ਤਰ੍ਹਾਂ ਕਿਹਾ ਜਾਵੇ ਕਿ ਡਾਇਰੈਕਟ ਕੰਪੀਟੀਸ਼ਨ ਵਿਦ ਅਕਾਲ ਪੁਰਖ। ਉਹਨੇ ਆਪਣੀ ਇੰਟੈਂਗਲਮੈਂਟਸ ਦੇ ਵਿੱਚ, ਆਪਣੇ ਜਾਲ ਦੇ ਵਿੱਚ ਪ੍ਰਾਣੀ ਨੂੰ ਉਲਝਾਉਣਾ ਹੈ, ਪ੍ਰਭੂ ਤੋਂ ਦੂਰ ਲੈ ਕੇ ਜਾਣਾ ਹੈ ਤਾਂ ਕਿ ਉਹਨੂੰ ਸੱਚ ਦਾ ਪਤਾ ਹੀ ਨਾ ਲੱਗੇ। ਛੋਟੀ ਜਿਹੀ ਜ਼ਿੰਦਗੀ ਝੂਠ ਦੇ ਵਿੱਚ ਬਿਤਾ ਕੇ ਇਸ ਸੰਸਾਰ ਦੇ ਵਿੱਚੋਂ ਚਲਾ ਜਾਵੇ ਅਤੇ ਜਿਹੜਾ ਉਹ ਟੈਸਟ ਦੇਣ ਆਇਆ ਹੈ ਪ੍ਰਭੂ ਦੀ ਮਿਹਰ ਦੇ ਨਾਲ ਉਹਦੇ ਵਿੱਚ ਫੇਲ ਹੋ ਜਾਵੇ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਪਿਆਰੇ ਸਿੱਖਾਂ ਨੂੰ ਉਸ ਇਮਤਿਹਾਨ ਦੇ ਵਿੱਚੋਂ ਪਾਸ ਹੋਣ ਦੇ ਲਈ ਬਹੁਤ ਸੌਖੇ ਸਾਦੇ ਤਰੀਕੇ ਨਾਲ ਸਮਝਾਉਂਦੇ ਹਨ ਕਿ ਪ੍ਰਾਣੀ ਥੋੜ੍ਹੇ ਸਮੇਂ ਦੇ ਲਈ ਰੰਗਾਂ ਝੂਠਿਆਂ ਦੇ ਵਿੱਚ ਨਾ ਰੰਗਿਆ ਜਾ। ਆਪਣਾ ਅਸਲੀ ਘਰ, ਜਿੱਥੋਂ ਤੂੰ ਆਇਆ ਹੈ ਅਤੇ ਜਿੱਥੇ ਤੈਂ ਜਾਣਾ ਹੈ, ਉਹਨੂੰ ਸੰਵਾਰ ਲੈ। ਤੇਰੇ ਹਿਰਦੇ ਦੇ ਵਿੱਚ ਪ੍ਰਭੂ ਬੈਠਾ ਹੈ ਸਾਖਸ਼ਾਤ। ਤੂੰ ਉਹਨੂੰ ਆਪਣੇ ਨਾਲ ਬੈਠੇ ਹੋਏ ਨੂੰ ਪਹਿਚਾਣ ਲੈ। ਸੱਚੇ ਪਾਤਸ਼ਾਹ ਨੇ 3 ਪ੍ਰਮੁੱਖ ਵਿਸ਼ੇ ਸੁਖਮਣੀ ਸਾਹਿਬ ਵਿੱਚ ਚੁਣੇ ਹਨ। ਪਹਿਲਾ, ਅਕਾਲ ਪੁਰਖ ਦੀ ਮਹਿਮਾ। ਅਕਾਲ ਪੁਰਖ ਦਾ ਵਿਰਾਟ ਰੂਪ, ਪ੍ਰਸਾਰ ਸੱਚੇ ਪਾਤਸ਼ਾਹ ਨੇ ਭਗਤਾਂ ਦਾ ਪ੍ਰਭੂ ਨਾਲ ਸੰਬੰਧ, ਜਿਹੜੇ ਪਿਆਰੇ ਨੇ ਪ੍ਰੀਤਮ ਦੇ, ਉਹਨਾਂ ਦੀ ਮਸ਼ੱਕਤ, ਉਹਨਾਂ ਦੀ ਘਾਲਣਾ, ਉਹਨਾਂ ਦਾ ਰੂਪ ਬਦਲ ਜਾਣਾ, ਇਨਸਾਨ ਤੋਂ ਭਗਵਾਨ ਬਣ ਜਾਣਾ, ਸੱਚੇ ਪਾਤਸ਼ਾਹ ਨੇ ਬਾਖੂਬੀ ਦੇ ਨਾਲ ਸਮਝਾਇਆ ਹੈ। ਮਾਇਆ ਦੇ ਦਾਸ, ਚੁਗਲਖੋਰ, ਨਿੰਦਕ, ਚੋਰ, ਹਰਾਮ ਖੋਰ, ਜਿਹੜਾ ਕਿ ਇੱਕ ਧਰਤੀ ਉੱਤੇ ਅਕਿਰਤ ਘਣਤਾ ਦਾ ਭਾਰ ਹੈ,
ਉਹ ਹੰਕਾਰੀਆਂ ਨਿੰਦਕਾਂ ਦਾ ਹੀ ਹੈ। ਮੁੱਕਰ ਜਾਣਾ, ਬਰੇ ਦੇ ਬਰਾਬਰ ਹੋ ਜਾਣਾ, ਨਾ ਹੋਏ ਬਣ ਕੇ ਰਹਿਣਾ, ਜੀਵਨ ਇੱਕ ਜਿਉਂਦੀ ਲਾਸ਼ ਦੇ ਵਿੱਚ ਗੁਜ਼ਾਰ ਦੇਣਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਜਿਹੜਾ ਠਿਕਾਣਾ, ਜਿੱਥੇ ਉਹਨਾਂ ਨੂੰ ਪ੍ਰਭੂ ਨੇ ਰੱਖਿਆ ਹੋਇਆ ਹੈ, ਉਹ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈ। ਹਾਂ, ਹਰ ਕੋਈ ਬਦਲ ਸਕਦਾ ਹੈ। ਕੋਈ ਵੀ ਵੱਡਾ ਗੁਨਾਹ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਬਖਸ਼ਿਆ ਨਾ ਜਾ ਸਕੇ। ਵੱਡੇ ਤੋਂ ਵੱਡਾ ਅਪਰਾਧ ਪ੍ਰਭੂ ਦੇ ਦਰਬਾਰ ਦੇ ਵਿੱਚ ਜਾਂਦਾ ਹੈ, ਜਿੱਥੇ ਸਜ਼ਾ ਮਿਲਦੀ ਹੀ ਨਹੀਂ, ਸਿਰਫ ਤੇ ਸਿਰਫ ਮਾਫੀ ਮਿਲਦੀ ਹੈ। ਪਰ ਪ੍ਰਾਣੀ ਨੂੰ ਤਿਆਰੀ ਕਰਨ ਦੇ ਲਈ ਇੱਕ ਵੱਡੇ ਸਾਹਸ ਦੀ ਲੋੜ ਹੈ ਕਿ ਮੈਂ ਇਹ ਕੀਤਾ ਹੈ। ਐਕਸੈਪਟੈਂਸ ਮੰਨ ਲੈਣਾ। ਜਵਾਬ ਦੇ ਵਿੱਚ ਪ੍ਰੀਤਮ ਪਿਆਰਾ ਹਮੇਸ਼ਾ ਹੀ ਮਾਫੀ ਦਿੰਦਾ ਹੈ। ਜੇ ਉਹ ਨਿੰਦਕ, ਚੁਗਲ, ਹਰਾਮਖੋਰ ਬਦਲ ਜਾਣ ਉਹਦੀ ਕਿਰਪਾ ਦੇ ਨਾਲ, ਤਾਂ ਪ੍ਰੀਤਮ ਪਿਆਰਾ ਬਖਸ਼ੰਦ ਹੈ, ਹਮੇਸ਼ਾ ਹੀ ਮਾਫ ਕਰ ਦਿੰਦਾ ਹੈ। ਪਰ ਕਿਉਂਕਿ ਮਾਇਆ ਦਾ ਜ਼ੋਰ ਹੈ, ਮਾਇਆ ਦੀ ਖਿੱਚ ਹੈ, ਇਸ ਕਰਕੇ ਉਹਨਾਂ ਪ੍ਰਾਣੀਆਂ ਦਾ ਬਦਲਣਾ ਸੁਭਾਵਿਕ ਨਹੀਂ ਹੈ। ਉਹ ਜੁੜੇ ਰਹਿੰਦੇ ਹਨ ਮਾਇਆ ਦੇ ਨਾਲ। ਭਗਤਾਂ ਨੂੰ, ਜਨਾਂ ਨੂੰ, ਸੇਵਕਾਂ ਨੂੰ ਨਿੰਦੀ ਜਾਂਦੇ ਹਨ। ਪ੍ਰਭੂ ਦੇ ਗੁਲਾਮਾਂ ਦਾ ਭਲਾ ਨਹੀਂ ਲੋੜਦੇ। ਸਜ਼ਾ ਉਹਨਾਂ ਨੂੰ ਨਿਰਾਸ਼ਤਾ, ਉਹਨਾਂ ਦਾ ਜੀਵਨ ਉਥਲ-ਪੁਥਲ ਹੀ ਮਿਲਦੀ ਹੈ। ਉਹਨਾਂ ਨੂੰ ਸਜ਼ਾ ਪ੍ਰੀਤਮ ਪਿਆਰਾ ਮਾਫੀ ਦੀ ਹੀ ਦਿੰਦਾ ਹੈ। ਬਹੁਤ ਸਾਰੇ ਉਹਨਾਂ ਵਿੱਚੋਂ ਤਰ ਜਾਂਦੇ ਹਨ। ਉਹਨਾਂ ਲਈ ਸੌਖਾ ਤਰੀਕਾ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਕਰਨਾ, ਉਹਨਾਂ ਦੇ ਚਰਨਾਂ ਨੂੰ ਸਪਰਸ਼ ਕਰਨਾ, ਉਹਨਾਂ ਨਾਲ ਪਿਆਰ ਬਣਾਉਣਾ। ਇਹੀ ਇੱਕ ਤਰੀਕਾ ਹੈ ਜਿਹੜਾ ਪ੍ਰੀਤਮ ਪਿਆਰੇ ਦੇ ਅੱਗੇ ਉਹਨਾਂ ਨੂੰ ਸ਼ਰਮਿੰਦੇ ਨਹੀਂ ਹੋਣ ਦਿੰਦਾ। ਮਾਫੀ ਮਿਲ ਜਾਂਦੀ ਹੈ। ਸੱਚੇ ਪਾਤਸ਼ਾਹ ਨੇ ਇਸ ਪਦ ਦੇ ਵਿੱਚ ਪ੍ਰੀਤਮ ਪਿਆਰੇ ਦਾ ਪ੍ਰਾਣੀ ਦੇ ਨਾਲ ਸੰਦੇਹ, ਕਨਵਰਜਨ ਆਫ ਗॉड ਟੂਵਰਡਸ ਹਿਊਮਨ ਬੀਇੰਗ ਔਰ ਵਾਈਸ ਵਰਸਾ, ਪਰਮਾਤਮਾ ਦਾ ਪ੍ਰਾਣੀ ਦੇ ਵਿੱਚ ਸਮੋ ਕੇ ਜ਼ਾਹਰ ਹੋ ਜਾਣਾ ਜਾਂ ਪ੍ਰਾਣੀ ਦਾ ਪ੍ਰੀਤਮ ਦੇ ਵਿੱਚ ਮਿਲ ਜਾਣਾ, ਉਜਾਗਰ ਹੋ ਜਾਣਾ। ਦਰਅਸਲੋਂ ਹਰ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਹੈ। ਹਰ ਕਿਸੇ ਦੇ ਵਿੱਚ ਪ੍ਰਭੂ ਬਿਰਾਜਮਾਨ ਹੈ। ਪ੍ਰਗਟ ਨਹੀਂ ਹੋ ਸਕਦਾ। ਜਿੰਨੀ ਮੈਂ ਉਹਨਾਂ ਉਜਾਗਰ ਨਹੀਂ ਹੁੰਦਾ। ਜਦੋਂ ਮਾਇਆ ਦੀ ਮੈਂ ਖਤਮ ਹੋ ਗਈ ਤਾਂ ਜ਼ਾਹਰ ਹੋ ਜਾਂਦਾ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਨੰਦ ਸਾਹਿਬ ਦੇ ਵਿੱਚ ਇੱਕ ਬੜੇ ਕੰਮ ਦੀ ਗੱਲ ਸਮਝਾਈ ਹੈ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ। ਜਿਹੜੇ ਗੁਰੂ ਦੇ ਪਿਆਰੇ ਹੈ ਉਹਨਾਂ ਦਾ ਮਾਰਗ ਵੱਖਰਾ ਹੈ। ਉਹਨਾਂ ਦੀ ਤੋਰ ਦੇ ਵਿੱਚ ਫਰਕ ਹੈ, ਉਹਨਾਂ ਦੇ ਬੋਲਾਂ ਦੇ ਵਿੱਚ ਫਰਕ ਹੈ। ਉਹਨਾਂ ਦਾ ਸਰੀਰ
ਦੂਸਰਿਆਂ ਨਾਲੋਂ ਭਿੰਨ ਹੋ ਜਾਂਦਾ ਹੈ, ਕਿਉਂਕਿ ਉਹ ਇਨਸਾਨ ਦੇ ਸਰੀਰ 'ਚ ਰਹਿੰਦੇ ਹੋਏ ਵੀ ਪ੍ਰਭੂ ਦੇ ਨਾਲ ਜੁੜੇ ਹੋਏ ਹਨ, ਮਤਵਾਲੇ ਲੱਗਦੇ ਹਨ। ਜਿਵੇਂ ਬੌਰਾਪਣ ਹੋਵੇ, ਖਮਾਰੀ ਚੜ੍ਹੀ ਹੋਵੇ, ਦੀਵਾਨਗੀ ਛੁਪਦੀ ਨਹੀਂ, ਭਗਤੀ ਲਕੋਈ ਨਹੀਂ ਜਾ ਸਕਦੀ, ਉਹ ਉਜਾਗਰ ਹੋ ਜਾਂਦੇ ਹਨ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਣਿਆ। ਜਿਹਦੇ ਅੰਦਰ ਪ੍ਰੀਤਮ ਵਸ ਗਿਆ ਤੇ ਉਹਨੂੰ ਪਤਾ ਚੱਲ ਗਿਆ ਕਿ ਮੇਰੇ ਨਾਲ ਕੋਈ ਹੋਰ ਵੀ ਹੈ, ਮੈਂ ਇਕੱਲਾ ਨਹੀਂ ਹਾਂ, ਮੈਨੂੰ ਕਿਸੇ ਦਾ ਸੰਗ ਪ੍ਰਾਪਤ ਹੈ। ਜਦੋਂ ਉਹਨੂੰ ਇਹ ਸੂਝ ਆ ਗਈ ਤਾਂ ਅੰਦਰ ਬੈਠੇ ਦਾ ਸਵਾਦ ਵਸ਼ ਹੀ ਆਵੇਗਾ। ਪਹਿਲਾਂ ਵਾਲਾ ਪ੍ਰਾਣੀ ਰਿਹਾ ਨਹੀਂ। ਇੱਕ ਖਾਸ ਆਨੰਦ ਨੇ ਉਹਨੂੰ ਉੱਚਾ ਚੁੱਕ ਲਿਆ, ਪਰਵਾਹ ਨਹੀਂ ਕਰਦਾ ਗਾਲਾਂ ਦੀ, ਕੋਈ ਕੱਢੀ ਜਾਵੇ। ਆਪਣੇ ਆਪ ਨੂੰ ਵੱਡਾ ਦੱਸਣ ਦਾ ਯਤਨ ਵੀ ਨਹੀਂ ਕਰਦਾ। ਬਰਦਾਸ਼ਤ ਕਰਨ ਦੀ ਸ਼ਕਤੀ ਵੱਧ ਗਈ, ਕਿਉਂਕਿ ਉਹਨੂੰ ਪ੍ਰੀਤਮ ਪਿਆਰੇ ਦੇ ਸਾਥ ਦਾ ਸਵਾਦ ਆ ਰਿਹਾ, ਸਤ ਸਰੂਪ ਦਾ, ਦਿਲ ਦੇ ਵਿੱਚ ਬੈਠੇ ਪ੍ਰੀਤਮ ਦਾ। ਫਿਰ ਉਹਨੇ ਸਿਰ ਹਿਲਾ ਦਿੱਤਾ ਨਿਮਰਤਾ ਦੇ ਵਿੱਚ ਕਿ ਹਾਂ ਪ੍ਰਭੂ, ਮੈਂ ਤੈਨੂੰ ਪਹਿਚਾਣ ਲਿਆ ਹੈ, ਤੂੰ ਕਰਨੇ ਵਾਲਾ ਕਰਤਾ ਹੈ, ਤੂੰ ਅਕਾਲ ਹੈ, ਤੇਰੀ ਬਣਾਈ ਹੋਈ ਸ੍ਰਿਸ਼ਟੀ ਤੇਰੀ ਮਰਜ਼ੀ ਨਾਲ ਚੱਲਦੀ ਹੈ, ਮੈਂ ਕੁਝ ਵੀ ਨਹੀਂ ਹਾਂ, ਤੂੰ ਮੁੱਢ ਤੋਂ ਹੀ ਸਰਬੋਤਮ ਹੈ, ਹੇਤੂਆਂ ਦਾ ਹੇਤੂ ਹੈ। ਜਿਹੜਾ ਪ੍ਰੀਤਮ ਤੇਰੇ ਉੱਤੇ ਭਰੋਸਾ ਕਰਦਾ ਹੈ, ਉਹਨੂੰ ਤੂੰ ਤਾਰ ਦਿੰਦਾ ਹੈ। ਮੈਂ ਤੇਰੇ ਮੂਲ ਨੂੰ ਪਛਾਣ ਲਿਆ ਹੈ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ। ਉਹਨੇ ਉਸ ਮੂਲ ਨੂੰ ਪਛਾਣ ਲਿਆ, ਸੱਚ ਦੇ ਮੂਲ ਨੂੰ, ਸੱਤ ਦੇ ਮਾਰਗ ਨੂੰ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਗੁਰੂ ਪਿਆਰਿਓ, ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਯਕੀਨ ਦੀ ਹੈ, ਭਰੋਸੇ ਦੀ ਹੈ। ਧਨ ਵੱਡਾ ਨਹੀਂ ਹੈ, ਸ਼ਕਤੀ ਵੱਡੀ ਨਹੀਂ ਹੈ, ਲਾਇਲਟੀ, ਡੈਡੀਕੇਸ਼ਨ, ਸ਼ੱਕ ਤੋਂ ਬਿਨਾਂ ਪ੍ਰਭੂ ਵੱਲ ਸ਼ਰਧਾ ਬਲਵਾਨ ਹੈ। ਦੁਨੀਆ ਦੇ ਵਿੱਚ ਸਭ ਤੋਂ ਕੀਮਤੀ ਵਡਮੁੱਲੀ ਜੇ ਤਾਕਤ ਹੈ ਤਾਂ ਪ੍ਰਭੂ ਤੇ ਭਗਤ ਦੇ ਪਿਆਰ ਵਿੱਚ ਹੈ। ਭਗਤ ਪ੍ਰਭੂ ਉੱਤੇ ਵਿਸ਼ਵਾਸ ਕਰਦਾ ਹੈ। ਕਿੰਨਾ ਕਰਦਾ ਹੈ? ਜਾਂ ਸਾਰਿਆਂ ਵੱਲ ਕਰਦਾ ਹੈ, ਜਾਂ ਉਹਦੇ ਦਿਲ ਦੇ ਵਿੱਚ ਅਜੇ ਸ਼ੱਕ ਹੈ। ਕੱਚੇ ਪਿੱਲੇ ਕਦੇ ਕਿਸੇ ਦੇ ਬਣ ਨਹੀਂ ਸਕਦੇ।
ਪੱਕਿਆਂ ਨੇ ਹਮੇਸ਼ਾ ਹੀ ਪਾਇਆ ਹੈ। ਜਿਨ੍ਹਾਂ ਦੇ ਅੰਦਰ ਜੋਤ ਜਗ ਗਈ, ਉਹਨਾਂ ਨੇ ਲਹਿਣਾ ਬਣ ਕੇ ਪ੍ਰਾਪਤ ਕਰ ਲਿਆ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਗਿਆ, ਉਹਨਾਂ ਨੇ ਧੰਨਾ ਬਣ ਕੇ ਆਪਣਾ ਬਣਾ ਲਿਆ। ਜਾਗ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਜਿਹਨੂੰ ਯਕੀਨ ਆ ਗਿਆ ਕਿ ਤੂੰ ਇੱਕੋ ਹੈ, ਇਕੱਲਾ ਹੈ, ਪੁਰਖ ਹੈ, ਮੈਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਤਤ ਗਿਆਨ ਤੇ ਮਨ ਪ੍ਰਗਟਾਇਆ, ਬ੍ਰਹਮ ਵਿਚਾਰ ਜਿਹੜੀ ਸ੍ਰਿਸ਼ਟੀ ਦੀ ਅਕਲ ਹੈ, ਵਿਜ਼ਡਮ ਹੈ, ਉਹ ਸਾਰੀ ਦੀ ਸਾਰੀ ਛਿੰਨ ਦੇ ਵਿੱਚ ਉਸ ਪ੍ਰਾਣੀ ਦੇ ਦਿਮਾਗ ਦੇ ਵਿੱਚ ਆ ਜਾਂਦੀ ਹੈ, ਜਿਹਨੇ ਵਿਸ਼ਵਾਸ ਪੂਰਾ ਆਪਣੇ ਆਪ ਨੂੰ ਬਾਰ ਕੇ ਪ੍ਰਾਪਤ ਕਰ ਲਿਆ। ਉਹਨੂੰ ਇਹ ਸਾਰੀ ਸਮਝ ਪ੍ਰਤੱਖ ਆ ਗਈ ਕਿ ਦੁਨੀਆ ਕਿਸ ਤਰ੍ਹਾਂ ਚੱਲ ਰਹੀ ਹੈ, ਤੱਤ ਕੀ ਹੈ, ਅੰਤਸ਼ਕਰਨ ਕੀ ਹੈ। ਸਾਰੇ ਦਾ ਸਾਰਾ ਵਿਹਾਰ ਪ੍ਰਭੂ ਦਾ ਉਹਦੇ ਦਿਲ ਦੇ ਵਿੱਚ ਘਰ ਕਰ ਗਿਆ। ਬ੍ਰਹਮ ਵਿਚਾਰ ਦਾ ਸ਼ਾਹ ਅੰਸ਼ ਉਸ ਦੇ ਅੰਤਸ਼ਕਰਨ ਅੰਦਰ ਪ੍ਰਤੱਖ ਹੋ ਗਿਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜਿਹੜਾ ਡਰ ਸੀ ਚੱਕਿਆ ਗਿਆ, ਕਿਉਂਕਿ ਪ੍ਰਭੂ ਡਰ ਤੋਂ ਹੀਨ ਹੈ, ਉਹਦਾ ਕੋਈ ਦੁਸ਼ਮਣ ਨਹੀਂ ਹੈ। ਉਹੀ ਤੱਤ ਪ੍ਰਾਣੀ ਦੇ ਵਿੱਚ ਆ ਗਿਆ, ਕੋਈ ਉਹਦਾ ਦੁਸ਼ਮਣ ਨਹੀਂ ਰਿਹਾ ਤੇ ਕੋਈ ਡਰ ਵੀ ਨਹੀਂ ਰਿਹਾ। ਜਦੋਂ ਸੱਚ ਨੇ ਪ੍ਰਕਾਸ਼ ਕੀਤਾ, ਭੈ ਤੋਂ ਨਿਰਭੈ ਹੋ ਗਿਆ। ਉਹਦੇ ਦਿਲ ਦੇ ਵਿੱਚ ਸੱਚੇ ਪਾਤਸ਼ਾਹ ਦੀ ਤਾਕਤ, ਪਿਆਰ ਉਪਜਾਇਆ ਤੇ ਉਹਦਾ ਜਿਹੜਾ ਜੀਵਨ ਹੈ ਚਮਕ ਉੱਠਿਆ, ਕਿਉਂਕਿ ਉਹ ਆਪ ਹੁਣ ਰਿਹਾ ਹੀ ਨਹੀਂ, ਪ੍ਰਭੂ ਦੇ ਵਿੱਚ ਸਮਾ ਗਿਆ। ਆਪ ਦੀ ਹੋਂਦ ਮੁੱਕ ਗਈ। ਸ੍ਰਿਸ਼ਟੀ ਬਣਾਉਣ ਵਾਲੇ ਦਾ ਇੱਕ ਹਿੱਸਾ ਬਣ ਗਿਆ। ਵਸਤ ਮੈਂ ਲੈ ਵਸਤ ਗਡਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ। ਇੱਕ ਪਾਣੀ ਦੀ ਬੂੰਦ ਕਿਸੇ ਕਾਰਨ ਕਰਕੇ ਪਾਣੀ ਨਾਲੋਂ ਵਿਛੜੀ ਸੀ। ਅਥਾਹ ਪਾਣੀ, ਬਲਵੰਡ ਸਮੁੰਦਰ ਕਿਸੇ ਕਾਰਨ ਕਰਕੇ ਵੱਡੇ ਸਾਗਰ ਨੇ ਉਸ ਬੂੰਦ ਨੂੰ ਸਜਾ ਦੇ ਦਿੱਤੀ। ਉੜਦੀ ਗਈ ਹਵਾ ਦਾ ਰੂਪ ਬਣ ਕੇ ਪਹਾੜਾਂ ਨਾਲ ਟਕਰਾਈ, ਫਿਰ ਮੁੜ ਕੇ ਬੂੰਦ ਬਣ ਗਈ। ਚੋਟਾਂ ਖਾਂਦੀ ਧਰਤੀ ਤੇ ਆਈ। ਨਦੀ ਨਾਲਿਆਂ ਦੇ ਵਿੱਚ ਹੁੰਦੀ ਰੀਂਗਦੀ ਸਹਿਜ ਨਾਲ, ਸੰਤੋਖ ਨਾਲ ਵੱਡਾ ਪੈਂਡਾ ਤੈਅ ਕਰਕੇ ਨਿਮਰਤਾ ਦੇ ਘਰ 'ਚ ਆ ਕੇ ਆਪਣੇ ਪ੍ਰੀਤਮ ਦੇ ਵਿੱਚ ਸਮੋ ਗਈ। ਪ੍ਰੀਤਮ ਨੇ ਐਕਸੈਪਟ ਕਰ ਲਿਆ, ਉਹਦੇ ਵਿੱਚ ਇੱਕ ਹੋ ਗਈ। ਇਸੇ ਤਰ੍ਹਾਂ ਕੋਈ ਵੀ ਵਸਤੂ
ਆਪਣੀ ਕਿਸਮ ਨੂੰ ਛੱਡ ਦਿੰਦੀ ਹੈ ਜਾਂ ਦੂਸਰੀ ਕਿਸਮ ਦੇ ਨਾਲ ਮਿਲ ਜਾਂਦੀ ਹੈ। ਮਲਾਪ ਹੀ ਭਿੰਨ ਹੈ, ਉਹਨੂੰ ਪਹਿਲਾਂ ਵਾਲੀ ਵਸਤੂ ਕਿਹਾ ਹੀ ਨਹੀਂ ਜਾ ਸਕਦਾ। ਵਸਤ ਮੈਂ ਲੈ ਵਸਤ ਗਢਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ। ਫਿਰ ਜੇ ਕੋਈ ਉਹਨੂੰ ਪਹਿਲਾਂ ਵਾਲੇ ਨਾਮ ਨਾਲ ਬੁਲਾਉਂਦਾ ਹੈ, ਪਹਿਲਾਂ ਵਾਲੀ ਬੂੰਦ ਕਹਿੰਦਾ ਹੈ, ਜਿਹੜੀ ਕਿ ਸਮੁੰਦਰ ਦਾ ਇੱਕ ਹਿੱਸਾ ਬਣ ਚੁੱਕੀ ਹੈ, ਤਾਂ ਉਹ ਉਸ ਵਿਅਕਤੀ ਦੀ ਮੂਰਖਤਾ ਹੀ ਹੋਵੇਗੀ। ਉਹਦਾ ਵੱਖਰਾ ਜਨਮ ਹੋ ਚੁੱਕਿਆ ਹੈ। ਬੂਝੈ ਬੂਝਣਹਾਰ ਵਿਵੇਕ, ਇਹ ਗੱਲ ਤਾਂ ਕੇਵਲ ਤੇ ਕੇਵਲ ਅਕਲ ਵਾਲਾ, ਵਿਚਾਰਵਾਨ, ਤੀਬਰ ਵਿਵੇਕ ਵਾਲਾ ਹੀ ਸਮਝ ਸਕਦਾ ਹੈ। ਦੂਸਰੇ ਦੇ ਦਿਮਾਗ ਦੇ ਵਿੱਚ ਇਹ ਨਹੀਂ ਪੈ ਸਕਦਾ। ਬੂਝੈ ਬੂਝਣਹਾਰ ਵਿਵੇਕ, ਨਾ ਰਹਿਣ ਮਿਲੇ ਨਾਨਕ ਏਕ। ਪ੍ਰੀਤਮ ਪਿਆਰਾ ਮਿਲ ਗਿਆ, ਹੇ ਨਾਨਕ, ਸਰਬ ਵਿਆਪਕ ਸੁਆਮੀ ਨੂੰ ਮਿਲ ਕੇ ਨਾਨਕ ਉਸ ਨਾਲ ਇੱਕ ਮਿੱਕ ਹੋ ਗਿਆ। ਉਹ ਬੂੰਦ ਜਿੱਥੋਂ ਵੱਖ ਹੋਈ ਸੀ, ਜਿੱਥੋਂ ਵਿਛੜੀ ਸੀ, ਆਪਣਾ ਸਮਾਂ ਪੂਰਾ ਕਰਕੇ ਆਪਣੀ ਇੱਛਾ ਦੇ ਨਾਲ, ਡੈਡੀਕੇਸ਼ਨ ਦੇ ਨਾਲ ਕਦੇ ਹੌਸਲਾ ਨਹੀਂ ਛੱਡਿਆ। ਫਿਰ ਆ ਕੇ ਉਹਦੇ ਵਿੱਚ ਮਿਲ ਗਈ, ਪਰ ਮਿਲੀ ਉਹਦੀ ਕਿਰਪਾ ਦੇ ਨਾਲ। ਸੱਚੇ ਪਾਤਸ਼ਾਹ ਗੁਰੂ ਪਿਆਰਿਓ ਮਿਹਰ ਕਰਦੇ ਹਨ। ਆਪਾਂ ਇੱਕ ਵੇਰ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਣਿਆ। He who in his heart believes the embodiment of truth, recognizes the cause of causes as root of all. Someone who feels the presence of Lord. Lord is everywhere, most of the time. Human is entangled, is tied with heavy chains of Maya. He cannot move himself out. Maya have so many colors. She colored him and he lost. But some of the lost ones make their mind and come back strong, more stronger, and absorb themselves to the God. When that happens, they start feeling presence of Lord in their system, in their body, and they remember that everything they were feeling up to that point was false, were fake. Now the situation, having the feel of Lord, and they are enjoying it, that was the root cause. They never got that kind of comfort before. Now doers act, and the root of everything they recognized. Now he is the shield, he is the protection. ਜਾਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤੇ ਸਮਾਨ ਪ੍ਰਗਟਾਇਆ। Into whose heart the faith in Lord has entered,
unto the mind of him, the presence of divine, the presence of holy knowledge is revealed. The light of Lord came to the heart. All the darkness of materialism gone out. Now in reality, human became like Lord. Lord graced him with everything. Highest position, no enemy, enemyless, fearless, egoless, timeless. He got all the trouble less. Now the plus is Lord. Plus is the feeling of the Lord in his system. Because he trusted him, he made him his own. Then in return, he got all the wisdom, all the understanding, and he is satisfied. ਭੈ ਤੇ ਨਿਰਭਉ ਹੋਏ ਬਸਾਨਾ. Now he don't have no fear. Shedding fear, he avoids fearlessly and is absorbed in him from whom he sprang. ਜਿਸ ਤੇ ਉਪਜਿਆ ਤੇ ਸਮਾਏ ਸਮਾਨਾ. Once upon a time, he was separated from Lord. Nobody knows what reason. That's between him and Lord. But now he understands. He understood the comfort, divineness of Lord. His desire is fulfilled by God's grace, and he became the part of him. ਵਸਤ ਮੈਂ ਲੈ ਵਸਤ ਗਡਾਈ, ਤਾਂ ਕੋ ਭਿੰਨ ਨ ਕਹਿ ਨਾ ਜਾਈ. When a thing blends with another of its own kind, that cannot be said to be separate from it. God created human, gave him the body, gave him the relations, gave him the family, and he never felt that is grace of Lord. But the kind of human soul in his body is the same like Lord. Nobody can see the soul. You can see the body of a human all day long. But where is the soul? Where is the mind? You cannot see with your eyes. Even physicians cannot see it. Even doctors cannot see him. Where in the body is the soul? Where is the mind? Only God knows. Because that is just like Lord. Cannot see the soul in the body. Now God graced it. He absorbed that soul with him. Different identification is gone. One thing absorbed in other. Who will be crazy to say different? They are same now. Buje bujan har babek. Only wise person can understand it.
only an acute listener understand it. Only qualified wise man can understand it. Na ਰਹਿਣ ਮਿਲੇ ਨਾਨਕ ਏਕ. By meeting the omnipresent Lord, Nanak has become one with him. God accepted him with his grace. ਗੁਰੂ ਪਿਆਰਿਓ, ਜਿਹੜਾ ਕਿਰਪਾ ਗੁਰਪ੍ਰਸਾਦ ਸਾਰੇ ਦਾ ਸਾਰਾ ਸਿਸਟਮ ਗੁਰਪ੍ਰਸਾਦ ਦੁਆਲੇ ਘੁੰਮਦਾ, ਕਿਰਪਾ ਦੇ ਦੁਆਲੇ ਘੁੰਮਦਾ। ਇਸ ਧਰਤੀ ਉੱਤੇ ਹਿਊਮਨ ਬੀਇੰਗ ਹੈ ਜਿਹੜਾ, ਉਹ ਪ੍ਰਭੂ ਦਾ ਮਾਸਟਰਪੀਸ ਹੈ, ਸ਼ੋ ਪੀਸ ਹੈ। ਜਿਸ ਤਰ੍ਹਾਂ ਦੁਨਿਆਵੀ ਫੈਕਟਰੀਆਂ ਨੇ, ਕਾਰਖਾਨੇ ਨੇ, ਉੱਥੇ ਜਿਹੜਾ ਕੁਝ ਉਹ ਬਣਾਉਂਦੇ ਆ, ਉਹਨਾਂ ਦੀ ਫੈਕਟਰੀ ਦਾ ਸਭ ਤੋਂ ਉੱਤਮ ਪ੍ਰੋਡਕਟ ਮਾਸਟਰਪੀਸ ਕਹਾਉਂਦਾ ਹੈ, ਜਿਹੜਾ ਸ਼ੋਅਰੂਮ ਦੇ ਵਿੱਚ ਟਿਕਾ ਕੇ ਰੱਖ ਦਿੱਤਾ ਜਾਂਦਾ ਹੈ। ਜਿਹੜੇ ਗੈਸਟ ਆਉਂਦੇ ਹਨ, ਮਹਿਮਾਨ ਆਉਂਦੇ ਹਨ, ਉਹ ਦੇਖਦੇ ਹਨ ਕਿ ਫੈਕਟਰੀ ਦਾ ਰੁਤਬਾ ਕਿੰਨਾ ਵੱਡਾ ਹੈ। ਪ੍ਰਭੂ ਪਿਆਰੇ ਨੇ ਹਿਊਮਨ ਬਾਡੀ ਨੂੰ ਸਰਬੋਤਮ ਮੰਨ ਕੇ ਆਪਣਾ ਰੂਪ ਧਰਤੀ ਉੱਤੇ ਪੈਦਾ ਕੀਤਾ ਹੈ। ਉਹਨੂੰ ਪ੍ਰਭੂ ਸੱਤਾ ਸੋਵਰਨਟੀ ਦੇ ਦਿੱਤੀ ਕਿ ਤੇਰੀ ਮਰਜ਼ੀ ਹੈ, ਮਾਇਆ ਮੇਰੀ ਬਣਾਈ ਹੋਈ ਹੈ, ਮੇਰੀ ਦਾਸੀ ਹੈ, ਮੇਰੀ ਨੌਕਰ ਹੈ, ਤੇਰੇ ਕੋਲ ਚੋਇਸ ਹੈ ਪਿਆਰਿਆ। ਤੂੰ ਮਾਇਆ ਵੱਲ ਵੀ ਜਾ ਸਕਦਾ ਹੈ, ਤੂੰ ਮੇਰੇ ਵੱਲ ਵੀ ਆ ਸਕਦਾ ਹੈ। ਤੇਰੇ ਨਾਲ ਕੋਈ ਜ਼ਬਰਦਸਤੀ ਨਹੀਂ ਹੈ। ਮਾਇਆ ਨੂੰ ਅਪਣਾ ਲੈ, ਮੈਨੂੰ ਅਪਣਾ ਲੈ, ਤੇਰੀ ਆਪਣੀ ਚੋਇਸ ਹੈ। ਪਰ ਜ਼ਿਆਦਾਤਰ ਸੁਭਾਵਕ ਹੈ ਕਿ ਜਿਹੜਾ ਸ਼ੋਅ ਪੀਸ ਪ੍ਰਭੂ ਨੇ ਧਰਤੀ ਉੱਤੇ ਸਾਜਿਆ, ਉਹ ਮਾਇਆ ਨੂੰ ਹੀ ਅਪਣਾਉਂਦਾ ਹੈ। ਆਪਣੇ ਆਪ ਨੂੰ ਮਾਇਆ ਦੇ ਕੋਡ ਦੇ ਵਿੱਚ ਢਾਲ ਲੈਂਦਾ ਹੈ, ਪ੍ਰਸੰਨ ਹੁੰਦਾ ਹੈ। ਮਿੱਟੀ ਦਾ ਪੁਤਲਾ ਨੱਚਦਾ ਹੈ ਮਾਇਆ ਦੇ ਨਸ਼ੇ ਦੇ ਵਿੱਚ। ਮਾਇਆ ਉਹਨੂੰ ਨਸ਼ਾ ਦਈ ਜਾਂਦੀ ਹੈ, ਪਲਾਈ ਜਾਂਦੀ ਹੈ, ਮੱਧ ਪਲਾਈ ਜਾਂਦੀ ਹੈ, ਅਤੇ ਮਿੱਟੀ ਦਾ ਪੁਤਲਾ ਨੱਚੀ ਜਾਂਦਾ। ਨੱਚਦੇ ਨੱਚਦੇ ਹੀ ਪਰਦਾ ਡਿੱਗ ਜਾਂਦਾ ਹੈ ਅਤੇ ਸ਼ੋਅ ਉੱਤੇ ਦੀ ਐਂਡ ਲਿਖ ਕੇ ਆ ਜਾਂਦਾ ਹੈ। ਬਿਰਲੇ ਜਿਹੜੇ ਇਹਦੇ ਵਿੱਚੋਂ ਨਿਕਲ ਜਾਂਦੇ ਹਨ, ਉਹਨਾਂ ਨੇ ਉਹਦੇ ਸਰੂਪ ਨੂੰ ਸੱਚਾ ਕਰਕੇ ਮੰਨ ਲਿਆ ਅਤੇ ਸਿਰ ਝੁਕਾ ਦਿੱਤਾ ਕਿ ਭਾਵੇਂ ਮਾਰ ਭਾਵੇਂ ਛੱਡ, ਪ੍ਰੀਤਮ ਤੇਰੇ ਹੀ ਹਾਂ, ਤੇਰੇ ਚਰਨਾਂ ਦੇ ਵਿੱਚ ਪਏ ਹਾਂ। ਮਿਹਰ ਕਰ ਲੈ ਜਾਂ ਧੱਕਾ ਦੇ ਦੇ। ਕਦੇ ਵੀ ਪ੍ਰਭੂ ਧੱਕਦਾ ਨਹੀਂ, ਅਪਣਾ ਲੈਂਦਾ ਹੈ। ਉਹਨਾਂ ਨੂੰ ਇਹ ਸਮਝ ਲੱਗ ਗਈ ਕਿ ਅਸਲੀ ਮੂਲ ਪਰਮਾਤਮਾ ਹੈ, ਸਾਰਾ ਕੁਝ ਕਰਨ ਵਾਲਾ ਉਹੀ ਹੈ, ਅਤੇ ਉਹਨਾਂ ਨੇ ਪਹਿਚਾਣ ਲਿਆ। ਵਿਸ਼ਵਾਸ ਪੂਰਨ ਹੋ ਗਿਆ, ਉਹਨਾਂ ਦੀ ਰੀਝ ਪੂਰੀ ਹੋ ਗਈ, ਸਵੀਕਾਰ ਹੋ ਗਈ ਉਹਨਾਂ ਦੀ ਬੇਨਤੀ, ਅਤੇ ਪ੍ਰਭੂ 'ਤੇ ਪੂਰਨ ਯਕੀਨ ਆ ਗਿਆ।
ਉਹਨਾਂ ਨੂੰ ਪ੍ਰੀਤਮ ਪਿਆਰੇ ਨੇ ਬ੍ਰਹਮ ਗਿਆਨ, ਸਾਰੀ ਸ੍ਰਿਸ਼ਟੀ ਦੀ ਅਕਲ ਛਿੰਨਾਂ ਦੇ ਵਿੱਚ ਦੇ ਦਿੱਤੀ। ਪ੍ਰਭੂ ਪ੍ਰਗਟ ਹੋ ਗਿਆ, ਉਹਨਾਂ ਦੇ ਅੰਦਰ ਪ੍ਰੀਤਮ ਪ੍ਰਗਟ ਹੋ ਗਿਆ ਤੇ ਉਹਨਾਂ ਨੂੰ ਇਹ ਸਮਝ ਲੱਗ ਗਈ ਕਿ ਹੁਣ ਅਸੀਂ ਇਕੱਲੇ ਨਹੀਂ, ਪ੍ਰੀਤਮ ਨਾਲ ਹੈ। ਡਰ ਵੀ ਚੁੱਕਿਆ ਗਿਆ, ਮੈਂ ਵੀ ਚੁੱਕੀ ਗਈ, ਸਮਾਂ ਵੀ ਮੁੱਕ ਗਿਆ, ਮੁੜ ਕੇ ਦੁਸ਼ਮਣ ਵੀ ਕੋਈ ਨਾ ਰਿਹਾ। ਜਿੱਥੋਂ ਵਿਛੋੜਾ ਹੋਇਆ ਸੀ, ਹੁਣ ਮਿਲਾਪ ਹੋ ਗਿਆ। ਬਿਲਕੁਲ ਰਲਦੀ ਮਿਲਦੀ ਵਸਤੂ, ਸੋਲ, ਆਤਮਾ ਬਿਲਕੁਲ ਪਰਮਾਤਮਾ ਦੇ ਨਾਲ ਮਿਲਦੀ ਹੈ, ਦਿਸਦੀ ਨਹੀਂ ਹੈ ਪਰ ਉਹਦਾ ਰੂਪ ਹੈ, ਉਹਦੇ ਵਿੱਚ ਮਿਲ ਗਈ। ਕੌਣ ਲੱਭੇਗਾ ਕਿ ਆਤਮਾ ਵੱਖਰੀ ਹੈ? ਸੰਗ ਹੋ ਗਿਆ, ਸੁਮੇਲ ਹੋ ਗਿਆ, ਪ੍ਰੀਤਮ ਤੇ ਆਤਮਾ ਇੱਕ ਬਣ ਗਏ। ਕੋਈ ਬੇਅਕਲ ਹੀ ਭਿੰਨ ਕਹੇਗਾ, ਜਿਹਨੂੰ ਵਿਵੇਕ ਬੁੱਧ ਹੈ ਉਹ ਮੰਨ ਲਵੇਗਾ ਕਿ ਪ੍ਰੀਤਮ ਦੇ ਨਾਲ ਆਤਮਾ ਦਾ ਮਿਲਾਪ ਹੋ ਗਿਆ। ਸਮਝਦਾਰ, ਸਿਆਣਪ, ਵਿਵੇਕ ਪ੍ਰਾਣੀ ਸਿਰ ਝੁਕਾ ਦੇਵੇਗਾ। ਨਾਨਕ ਨੂੰ ਨਰੈਣ ਮਿਲ ਗਿਆ, ਵਿਛੋੜਾ ਟੁੱਟ ਗਿਆ। ਮੇਰਾ ਮੇਰਾ ਮੁੱਕ ਗਿਆ, ਤੇਰਾ ਤੇਰਾ, ਤੂੰ ਹੀ ਮੂਹੀ, ਮੂਹੀ ਤੂੰ ਹੀ, ਕੋਈ ਫਰਕ ਨਹੀਂ ਰਿਹਾ। ਨਾਮ ਦੇ ਵਿੱਚ ਕੀ ਪਿਆ ਹੈ? ਤੂੰ ਹੀ ਮੂਹੀ ਲੱਗਣ ਲੱਗ ਪਿਆ ਤੇ ਮੂਹੀ ਤੂੰ ਹੀ ਲੱਗਣ ਲੱਗ ਪਿਆ। ਦੋਨੇ ਇੱਕ ਹੋ ਗਏ ਉਹਦੀ ਅਪਾਰ ਕਿਰਪਾ ਦੇ ਨਾਲ। ਪ੍ਰਾਣੀ ਪ੍ਰਭੂ ਬਣ ਗਿਆ ਤੇ ਪ੍ਰਭੂ ਪ੍ਰਾਣੀ ਬਣ ਗਿਆ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।